नीर भरिया तेते अवगुण हमारे, दया करो किछ मेहर उपावो, दया करो किछ मेहर उपावो। डूबदे पत्थर तारे, जियड़ा अग्न बराबर तपै, पीतर वगै काती, प्रणवत नानक हुक्म पुछानै, सुख होवै दिन राती। ज्यों बुलावै त्यों बोलै स्वामी, कुदरत कवन हमारी। साध संग नानक जस गायो, जो प्रभ की अत प्यारी। सतनाम वाहेगुरु। चंचल चीत न रही ठाए, चोरी मिर्ग अंगूरी खाए। चरण कमल उर थारे चीत, चिर जीवन चेतन नित नीत। चिंतत ही दिसै सब कोय, चेतै एक तहि सुख होय। चित वसै राचै हर नाय, मुकुत भया पत स्यों घर जाए। वाहिगुरु जी का खालसा, वाहिगुरु जी की फतेह। सन्मानयोग साध संगत जी, आप जी बड़े टिकाਅ विच शब्द कीर्तन नाल जुड़े होए सो। थोड़े टाइम वास्ते अपने चित्त नूं, अपने हिरदे नूं, अपने मन नूं पकड़ीए, उसनूं पढ़ीए। सतगुरु जी सानूं की उपदेश बख्श रहे हैं। 22ਵੀਂ पौड़ी विचार कीती सी, गुरमुख शब्द अमृत है सार, नानक गुरमुख पावै पार। गुरमुख दा जीवन, गुरमुख दी जीवन दी रीत, जिसका मुख गुरु वाले पासे है, जिहड़ा गुरु दे मार्ग ते चलदा है, वो गुरु दे दसे होए मार्ग ते चल के गुरु तक पहुँच जाता है। गुरमुख नानक पावै पार, वो उस स्थान ते पहुँच जाता है जिथे पार उरार कुछ नहीं है, जिथे पार ही पार है, जिथे उरार ही उरार है। भाव वो उस विच लीन हो जाता है। आज सतगुरु जी ने बख्शिश की, चंचल चीत ना रही ठाए। चीत, चित्त, मन,
ਅੰਤःਕਰਨ ਇਸ ਦੇ ਇੱਕੋ ਜਿਹੇ ਅਰਥ ਹਨ। ਮਨ, ਚਿੱਤ। ਸਾਹਿਬ ਕਹਿ ਰਹੇ ਹਨ, ਚੰਚਲ ਚੀਤ ਨਾ ਰਹੀ ਠਾਏ। ਮਨੁੱਖ ਦਾ ਮਨ ਟਿਕਦਾ ਨਹੀਂ ਹੈ। ਜੇ ਟਿਕ ਜਾਏ ਤਾਂ ਮਨ ਹੀ ਨਹੀਂ ਹੈ, ਮਨ ਦੀ ਮੌਤ ਹੋ ਜਾਂਦੀ ਹੈ। ਜਦੋਂ ਤੱਕ ਉਹ ਦੌੜ ਭੱਜ ਕਰਦਾ ਹੈ ਉਦੋਂ ਤੱਕ ਹੀ ਮਨ ਹੈ। ਸਾਹਿਬ ਕਹਿੰਦੇ ਹਨ, ਪਾਪੀ ਹੀਏ ਮੈਂ ਕਾਮ ਬਸਾਏ, ਮਨ ਚੰਚਲ ਜਾਂਤੇ ਗੇਹੋ ਨਾ ਜਾਈ। ਮਨ ਪਾਪਾਂ ਨਾਲ ਲਿਬੜਿਆ ਹੋਇਆ ਇੱਧਰ ਉੱਧਰ ਭਟਕਦਾ ਹੈ। ਮਨ ਵਿਕਾਰਾਂ ਵਿੱਚ ਫਸਿਆ ਹੋਇਆ ਇੱਧਰ ਉੱਧਰ ਦੌੜਦਾ ਹੈ। ਸਾਹਿਬ ਕਹਿ ਰਹੇ ਹਨ, ਇਕਸ ਸਿਉ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ। ਜੇ ਇੱਕ ਨਾਲ ਜੁੜ ਗਿਆ ਤਾਂ ਫਿਰ ਤੇਰਾ ਮਨ ਉਸ ਵਾਹਿਗੁਰੂ ਦੇ ਦਰ 'ਤੇ ਪਹੁੰਚ ਜਾਏਗਾ। ਪਰ ਸਾਹਿਬ ਕਹਿੰਦੇ ਹਨ, ਇਸ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇਹ ਕੀ ਕਰਦਾ ਹੈ? ਪਾਪੀ ਹੀਏ ਮੈਂ ਕਾਮ ਬਸਾਏ, ਮਨ ਚੰਚਲ ਜਾਂਤੇ ਗੇਹੋ ਨਾ ਜਾਈ। ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਏ ਫਾਸ। ਭਾਵ ਸੰਸਾਰ ਦੇ ਜੋਗੀ ਜਤੀ ਜਿਤਨੇ ਵੀ ਲੋਕ ਹਨ, ਸਾਰੇ ਮਨ ਦੇ ਵਿੱਚ ਫਸੇ ਹੋਏ ਵਿਕਾਰਾਂ ਵਾਲੇ ਪਾਸੇ ਦੌੜਦੇ ਹਨ। ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਸਾਧੋ ਇਹ ਮਨ ਗੇਹੋ ਨਾ ਜਾਈ। ਇਹ ਮਨ ਪਕੜਿਆ ਨਹੀਂ ਜਾਂਦਾ। ਕਿਉਂ ਨਹੀਂ ਪਕੜਿਆ ਜਾਂਦਾ? ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇਹ ਇਤਨਾ ਚੰਚਲ ਹੈ, ਆਪਣੇ ਯਤਨਾਂ ਦੁਆਰਾ ਨਹੀਂ ਪਕੜਿਆ ਜਾਂਦਾ। ਆਪਣੇ ਯਤਨਾਂ ਦੁਆਰਾ ਅਸੀਂ ਗੁਰੂ ਕੋਲ ਬੈਠੇ ਹੋਈਏ, ਪਾਠ ਕਰਦੇ ਹੋਈਏ, ਜਿਤਨੇ ਮਰਜ਼ੀ ਧਾਰਮਿਕ ਕਰਮ ਕਰਦੇ ਹੋਈਏ, ਇੱਕ ਛਿਨ ਵਿੱਚ ਉੱਡ ਜਾਂਦਾ ਵਿੱਚੋਂ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਇਹ ਮਨ ਇਤਨਾ ਅਵੈੜਾ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਥੋੜ੍ਹੇ ਟਾਈਮ ਵਾਸਤੇ ਵੀ ਨਹੀਂ ਟਿਕਦਾ। ਕਦੀ ਆਕਾਸ਼ ਵਿੱਚ, ਕਦੀ ਪਤਾਲ ਵਿੱਚ, ਕਦੀ ਇੰਡੀਆ, ਕਦੀ ਇੱਥੇ, ਕਦੀ ਉੱਥੇ, ਕਦੀ ਪਰਿਵਾਰ ਵਿੱਚ, ਕਦੀ ਬੱਚਿਆਂ ਵਿੱਚ, ਕਦੇ ਧੀਆਂ ਵਿੱਚ, ਕਦੀ ਪੁੱਤਰਾਂ ਵਿੱਚ, ਕਦੀ ਪੋਤਰਿਆਂ ਵਿੱਚ, ਕਦੀ ਦੁਕਾਨ ਵਿੱਚ, ਅਣਗਿਣਤ ਥਾਵਾਂ ਉਸ ਕੋਲ। ਬੰਦਾ ਕਹਿੰਦਾ ਮੈਂ ਗੁਰੂ ਕੋਲ ਬੈਠਾ ਹੋਇਆ ਹਾਂ, ਮੈਂ ਗੁਰਦੁਆਰੇ ਬੈਠਾ ਹੋਇਆ ਹਾਂ। ਆਪ ਜੀ ਸਾਰੇ ਬੈਠੇ ਹੋਏ ਹੋ, ਆਪ ਜੀ ਆਪਣੇ ਆਪਣੇ ਮਨ ਨੂੰ ਪਕੜੋ। ਮਨ ਜਿਹੜਾ ਇਤਨਾ ਉੱਡਣਾ ਪੰਖੇਰੂ ਹੈ, ਸਾਹਿਬ ਕਹਿੰਦੇ ਹਨ, ਇਹ ਮਨ ਚੰਚਲ ਬਸ ਨਾ ਆਵੈ, ਦੁਬਦਾ ਲਾਗੈ ਦਹਿ ਦਿਸਤਾਵੈ। ਦੁਬਦਾ ਵਿੱਚ, ਦੁਵੱਚੀ ਪੁਣੇ ਵਿੱਚ, ਮੈਂ, ਮੇਰੀ, ਉਹ ਚੰਗਾ, ਉਹ ਭਲਾ, ਮੈਂ ਚੰਗਾ, ਉਹ ਮਾੜਾ, ਹਮੇਸ਼ਾ ਦੁਬਦਾ ਵਿੱਚ ਫਸਿਆ ਰਹਿੰਦਾ ਹੈ। ਸਾਹਿਬ ਕਹਿੰਦੇ ਹਨ, ਇਹ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੈ ਦਹਿ ਦਿਸਤਾਵੈ। ਬਿਖ ਕਾ ਕੀੜਾ ਬਿਖ ਮੈਂ ਰਹਿਤਾ, ਬਿਖ ਹੀ ਮਾਹੇ ਪਚਾਵਣਿਆ। ਜਨਮ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਇਹ ਇਸੇ ਘੋਲ ਵਿੱਚ ਲੱਗਾ ਰਹਿੰਦਾ ਹੈ, ਜ਼ਹਿਰ ਇਕੱਠੀ ਕਰਦਾ ਰਹਿੰਦਾ ਹੈ, ਅਖੀਰ ਉਸ ਵਿੱਚ ਹੀ ਖਤਮ ਹੋ ਜਾਂਦਾ ਹੈ। ਪਰ ਇਹ ਮਨ ਇਤਨਾ ਅਵੈੜਾ ਹੈ। ਇਹ ਗੁਰੂ ਸਾਹਿਬ ਜੀ ਇੱਕ ਪੱਖ ਦੱਸਦੇ ਪਏ ਹਨ ਉਸ ਦਾ। ਜਦੋਂ ਥੱਲੇ ਡਿੱਗਦਾ ਹੈ, ਥੱਲੇ ਵਾਲੇ ਪਾਸੇ ਜਾਂਦਾ ਹੈ, ਉਦੋਂ ਅਵਸਥਾ ਹੈ। ਜਦੋਂ ਉੱਪਰ ਚਲਿਆ ਜਾਏ, ਗੁਰੂ ਵਾਲੇ ਪਾਸੇ ਚਲੇ ਜਾਏ, ਤੇ ਇਹ ਮਨ ਹੀ ਸਾਰਾ ਕੁਝ ਖੇਡਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਪਰ ਜਦੋਂ ਮਨ ਨੀਵੇਂ ਵਾਲੇ ਪਾਸੇ ਚਲਿਆ ਜਾਏ, ਉਦੋਂ ਸਾਹਿਬ ਕਹਿ ਰਹੇ ਹਨ, ਬਿਖ ਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਹੇ ਪਚਾਵਣਿਆ। ਉਮਰਾਂ ਲੱਗ ਜਾਂਦੀ ਬੰਦੇ ਦੀ, ਉਮਰਾਂ ਬਤੀਤ ਹੋ ਜਾਂਦੀ, ਮਰਨ ਦੇ ਕੰਢੇ ਪਹੁੰਚ ਜਾਂਦਾ ਹੈ, ਪਰ ਮਨ ਦੇ ਹੱਥੋਂ ਪਰੇਸ਼ਾਨ ਮਨ ਇਸ ਜੀਵ ਨੂੰ ਕਦੇ ਨਹੀਂ ਟਿਕਣ ਦਿੰਦਾ। ਇਹ ਮਨ ਕੈਸਾ ਹੈ? ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਤਨ ਮੇਲੈ। ਇਹ ਮਨ ਐਸਾ ਹੈ, ਸੱਪ ਨਾਲ ਤੇ ਅੱਗ ਨਾਲ ਖੇਡਦਾ ਹੈ। ਭਾਵ ਦੁਨੀਆ ਦੇ ਵਿਸ਼ੇ ਵਿਕਾਰ ਭੋਗਦਾ ਹੈ। ਇਹ ਮਨ ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੈ। ਚੰਚਲ ਚੀਤ ਨ ਪਾਵੈ ਪਾਰਾ, ਆਵਤ ਜਾਤ ਰਹੇ ਗੁਬਾਰਾ। ਹੇ ਭਾਈ, ਇਹ ਮਨ ਜਿਹੜਾ ਹੈ ਨਾ, ਇਹ ਵਿਕਾਰਾਂ ਵਿੱਚ ਫਸਿਆ, ਕਿਤੇ ਵੀ ਨਹੀਂ ਮਨੁੱਖ ਨੂੰ ਟਿਕਣ ਦਿੰਦਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਸੋਝੀ ਬਖਸ਼ੋ, ਇਸ ਮਨ ਨੂੰ ਕਿਸ ਤਰ੍ਹਾਂ ਟਿਕਾਈਏ। ਤਾਂ ਸਾਹਿਬ ਕਹਿੰਦੇ ਹਨ, ਇਕਸ ਸਿਉ ਮਨ ਮਾਨਿਆ। ਜਦੋਂ ਤੇਰਾ ਮਨ ਇੱਕ ਵਾਹਿਗੁਰੂ ਨਾਲ ਜੁੜੇਗਾ, ਤੂੰ ਜਿਤਨੇ ਮਰਜ਼ੀ ਦੇਵੀ ਦੇਵਤੇ ਗੁਰੂ ਪੀਰ ਮਨਾ ਲੈ, ਪਰ ਜਿਹੜਾ ਮੂਲ ਹੈ ਤੇਰਾ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਉਸ ਨੂੰ ਤੁਸੀਂ ਕਿਸੇ ਨਾਮ ਨਾਲ ਯਾਦ ਕਰੋ। ਜਿਤਨੀ ਦੇਰ ਤੱਕ ਤੂੰ ਉਸ ਨਾਲ ਨਹੀਂ ਜੁੜਦਾ, ਜਿਤਨੀ ਦੇਰ ਤੋਂ ਤੂੰ ਆਪਣੇ ਘਰ ਵਿੱਚ ਨਹੀਂ ਆਉਂਦਾ, ਬਾਹਰਲੇ ਘਰ ਵਿੱਚ ਕਦੀ ਸੁੱਖ ਨਹੀਂ ਮਿਲਦਾ। ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉਂ ਸਰੀਰੋਂ ਲੈ। ਇੱਕ ਜਿਸ ਘਰ ਵਿੱਚ ਅਸੀਂ ਰਹਿ ਰਹੇ ਹਾਂ, ਉਸ ਘਰ ਦੀ ਗੱਲ ਨਹੀਂ ਕਰ ਰਹੇ ਸਤਿਗੁਰੂ। ਸਤਿਗੁਰੂ ਨਿਜ ਘਰ ਦੀ ਗੱਲ ਕਰ ਰਹੇ ਹਨ, ਜਿਸ ਘਰ ਤੋਂ ਅਸੀਂ ਆਏ ਹਾਂ, ਜਿਸ ਘਰ ਅਸੀਂ ਜਾਣਾ ਹੈ। ਸਾਹਿਬ ਕਹਿੰਦੇ ਹਨ, ਇਕਸ ਸਿਉ ਮਨ ਮਾਨਿਆ, ਤਾਂ ਹੋਵਾ ਨਿਹਚਲ ਚੀਤ ਕੀ ਕਰ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਭਾਈ, ਉਸ ਇੱਕ ਤੇ ਭਰੋਸਾ ਰੱਖ, ਉਸ ਇੱਕ ਨਾਲ ਜੁੜ, ਉਸ ਦੇ ਚਰਨਾਂ ਵਿੱਚ ਅਰਦਾਸ ਕਰ। ਡੋਲੇ ਨਾਹੀ ਤੁਮਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ। ਹੇ ਭਾਈ, ਉਸ ਦੇ ਚਰਨਾਂ ਵਿੱਚ ਜੁੜ, ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਕਰੀਏ ਸਤਿਗੁਰੂ ਸਾਨੂੰ ਆਪਣੇ ਚਰਨਾਂ ਨਾਲ ਜੋੜੋ। ਇਹ ਹੈ ਇੱਕ ਪੱਖ। ਪਰ ਦੂਸਰੀ ਗੱਲ, ਸਾਹਿਬ ਕਹਿੰਦੇ ਹਨ, ਚੰਚਲ ਚੀਤ ਨਾ ਰਹੀ ਠਾਏ। ਪਰ ਮਨ ਕੀ ਕਰਦਾ ਹੈ? ਚੋਰੀ ਮਿਰਗ ਅੰਗੂਰੀ ਖਾਏ। ਮਨ ਕਰਦਾ ਹੈ ਚੋਰੀ, ਅੰਗੂਰੀ, ਕੂਲੇ ਕੂਲੇ ਪੱਤੇ, ਸਵਾਦਲੀਆਂ ਸਵਾਦਲੀਆਂ ਨਿੱਕੀਆਂ ਨਿੱਕੀਆਂ ਪੱਤੀਆਂ। ਹਿਰਨ ਰੂਪੀ ਮਨ ਇਹ ਚੀਜ਼ਾਂ ਖਾਂਦਾ ਹੈ। ਚੋਰੀ ਮਿਰਗ, ਮਿਰਗ ਚੋਰੀ ਕਰਕੇ ਤੇ ਹਰੀਆਂ ਹਰੀਆਂ ਕੂਲੀਆਂ ਕੂਲੀਆਂ ਪੱਤੀਆਂ ਖਾਂਦਾ ਹੈ। ਹੁਣ ਸਾਧ ਸੰਗਤ ਜੀ, ਹਿਰਨ ਨੂੰ ਤਾਂ ਖਾਣੀਆਂ ਹੀ ਹਨ, ਹਿਰਨ ਦੀ ਤਾਂ ਖੁਰਾਕ ਹੈ। ਪਰ ਸਤਿਗੁਰੂ ਸਾਨੂੰ ਕੀ ਸਮਝਾਉਣਾ ਚਾਹ ਰਹੇ ਹਨ? ਇਹ ਹਿਰਨ ਕਿਹੜਾ ਹੈ? ਇਹ ਹੈ ਮਨ। ਇਹ ਮਨ ਰੂਪੀ ਹਿਰਨ ਵਿਕਾਰਾਂ ਦੀਆਂ ਕੂਲੀਆਂ ਕੂਲੀਆਂ ਪੱਤੀਆਂ ਖਾਂਦਾ ਹੈ। ਭਾਵ ਵਿਸ਼ੇ ਵਿਕਾਰ ਭੋਗਦਾ ਹੈ ਤੇ ਭੋਗਦਾ ਹੈ ਚੋਰੀ। ਗੁਰੂ ਕੋਲ ਬੈਠਾ ਹੋਇਆ ਵੀ, ਪਰਿਵਾਰ ਵਿੱਚ ਬੈਠਾ ਹੋਇਆ ਵੀ, ਮਨ ਚੋਰੀ ਚੋਰੀ ਜਾ ਕੇ ਅਵਗੁਣ ਕਰਦਾ ਹੈ, ਵਿਕਾਰ ਭੋਗਦਾ ਹੈ। ਇਹ ਮਨ ਇਤਨਾ ਅਵੈੜਾ ਹੈ ਕਿ ਬੰਦੇ ਦੇ ਕਾਬੂ ਵਿੱਚ ਨਹੀਂ ਆਉਂਦਾ। ਸਾਹਿਬ ਕਹਿੰਦੇ ਹਨ, ਲੋਕ ਕਮਾਣੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਣੀ। ਹੇ ਮੇਰੇ ਮਨਾ, ਮੂਰਖ ਮਨਾ, ਤੂੰ ਚੋਰੀ ਚੋਰੀ
विकार करने वाली आदत पा ली है, तू इस तरह नहीं सुधरेगा, तेरा जीवन का पार उतारा इस तरह नहीं होएगा। तो कबीर जी ने बड़ी बख्शिश की। कबीर जी ने एक साढ़े सामने पिक्चर दसी है। वो कहते हैं, ऐसो अचरज देखियो कबीर, दद कै भोले बिरोलै नीर। हरी अंगूरी गधा चरै, नित उठ हासै हींगै मरै। माता पैसा अमूहा जाए, कुद कुद चरै रसा तल खाए। कोहो कबीर प्रगट पई खेड, ले ले को चूंगै नित भेड़। कबीर जी कह रहे हैं, मैं एक बड़ा तमाशा देखा। की तमाशा देखा कबीर जी? दद कै भोलै बिरोलै नीर, कि दही ਦੇ ਭੁਲੇਖੇ ਵਿੱਚ ਇੱਕ ਮਾਤਾ ਪਾਣੀ ਰਿੜਕ ਰਹੀ ਹੈ। ਦੁੱਧ ਦੇ ਭੁਲੇਖੇ ਵਿੱਚ, ਦਹੀਂ ਦੇ ਭੁਲੇਖੇ ਵਿੱਚ ਪਾਣੀ ਰਿੜਕ ਰਹੀ ਹੈ। ਤੇ ਸਾਧ ਸੰਗਤ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਵਿੱਚੋਂ ਕੁਝ ਨਿਕਲੇਗਾ। ਇੱਕ ਕਬੀਰ ਜੀ ਸਾਡੇ ਮਨ ਦੀ ਅਵਸਥਾ ਦੱਸਦੇ ਪਏ ਹਨ ਕਿ ਅਸੀਂ ਗੁਰੂ ਕੋਲ ਬੈਠੇ ਹੋਏ ਹਾਂ, ਕਿ ਗੁਰੂ ਨਾਲ ਜੁੜੇ ਹਾਂ ਅਸੀਂ, ਕਿ ਗੁਰੂ ਦਾ ਸ਼ਬਦ ਵੀ, ਇੱਕ ਸ਼ਬਦ ਵੀ ਸਾਡੇ ਪੱਲੇ ਪਿਆ ਹੁਣ ਤੱਕ 10 20 30 40 50 60 70 80 ਸਾਲ ਉਮਰ ਹੋ ਗਈ। ਕਿ ਇੰਨੀ ਉਮਰਾਂ ਮੈਂ ਪਾਣੀ ਰਿੜਕਦਾ ਰਿਹਾ? ਜੇ ਤਾਂ ਗੁਰੂ ਦੀ ਬਖਸ਼ਿਸ਼ ਕੋਈ ਅਨੁਭਵ ਹੋਇਆ ਹੈ, ਗੁਰੂ ਨਾਲ ਪ੍ਰੀਤ ਪਈ ਹੈ, ਗੁਰੂ ਦਾ ਨਾਮ ਜਪਣ ਵਿੱਚ ਰਸ ਆਇਆ ਹੈ, ਅਸੀਂ ਕਹਿੰਦੇ ਹਾਂ ਗੁਰੂ ਦੀ ਬੜੀ ਕਿਰਪਾ ਸਾਡੇ 'ਤੇ, ਬੜੇ ਧਨ ਪਦਾਰਥ ਸਾਰਾ ਕੁਛ ਹੈ। ਨਹੀਂ ਸਾਧ ਸੰਗਤ ਜੀ, ਜੇ ਗੁਰੂ ਦੇ ਨਾਮ ਵਿੱਚ ਸਾਡਾ ਚਿੱਤ ਨਹੀਂ ਲੱਗਾ, ਵਾਹਿਗੁਰੂ ਵਾਹਿਗੁਰੂ ਕਹਿਣ ਵਿੱਚ ਰਸ ਨਹੀਂ ਆਇਆ, ਤੇ ਸਾਡੇ 'ਤੇ ਕੋਈ ਕਿਰਪਾ ਨਹੀਂ ਹੈ। ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ, ਗੁਰੂ ਸਾਹਿਬ ਆਪ ਕਹਿ ਰਹੇ ਹਨ, ਜਿਤਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਕਹਿਣ ਵਿੱਚ ਰਸ ਨਹੀਂ ਆਇਆ, ਆਖਾਂ ਜੀਵਾਂ ਬਿਸਰੈ ਮਰ ਜਾਉ। ਅਸੀਂ ਪੜ੍ਹ ਰਹੇ ਹਾਂ ਪਰ ਸਾਨੂੰ ਆਖਣਾ ਨਹੀਂ ਆ ਰਿਹਾ। ਅਸੀਂ ਸਾਰੇ ਕਹਿੰਦੇ ਅਸੀਂ ਬੜੇ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਗੁਰੂ ਕੋਲ ਬੈਠਦੇ ਹਾਂ, ਪਰ ਨਹੀਂ। ਗੁਰੂ ਸਾਹਿਬ ਸਾਨੂੰ ਹੋਰ ਮਾਰਗ ਦੱਸਣਾ ਚਾਹ ਰਹੇ ਹਨ, ਜਿੱਥੇ ਅਸੀਂ ਅਜੇ ਸਾਡੀ ਸੁਰਤ ਉਸ ਪਾਸੇ ਗਈ ਨਹੀਂ। ਕਹਿੰਦੇ ਹਨ, ਹਰੀ ਅੰਗੂਰੀ ਗਧਾ ਚਰੈ। ਮਨੁੱਖ ਨੂੰ ਗਧਾ ਕਿਹਾ ਹੈ ਕਬੀਰ ਸਾਹਿਬ ਜੀ ਨੇ। ਕਿਸੇ ਬੰਦੇ ਨੂੰ ਗਧਾ ਕਹੋ ਤਾਂ ਕਿਤਨਾ ਉਹ ਨਾਰਾਜ਼ ਹੋਏਗਾ, ਤੁਸੀਂ ਮੈਨੂੰ ਗਧਾ ਕਹਿ ਰਹੇ ਹੋ। ਪਰ ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਤੂੰ ਗਧਾ ਹੀ ਹੈ। ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ। ਵਿਕਾਰ ਕਰਦਾ ਹੈ, ਵਿਕਾਰ ਭੋਗਦਾ ਹੈ, ਤੇ ਬੜਾ ਚਾਅ ਨਾਲ, ਖੁਸ਼ੀ ਖੁਸ਼ੀ ਨਾਲ ਸਾਰਿਆਂ ਨੂੰ ਦੱਸਦਾ ਹੈ ਕਿ ਮੈਂ ਇਹ ਕੀਤਾ, ਮੈਂ ਇਹ ਕੀਤਾ, ਮੈਂ ਇਹ ਕੀਤਾ। ਮਾਤਾ ਪੈਸਾ ਅਮੂਹਾ ਜਾਏ। ਜਿਸ ਤਰ੍ਹਾਂ ਮਸਤ ਹਾਥੀ, ਮਸਤ ਝੋਟਾ, ਮਸਤ ਪੈਸਾ ਅਵੈੜਾ ਫਿਰਦਾ ਹੈ, ਇਸੇ ਤਰ੍ਹਾਂ ਬੰਦੇ ਦਾ ਮਨ ਹੈ ਅਵੈੜਾ। ਕੁਦ ਕੁਦ ਚਰੈ ਰਸਾ ਤਲ ਪਾਏ। ਕੁਦ ਕੁਦ ਕੇ ਵਿਕਾਰ ਭੋਗਦਾ ਹੈ ਤੇ ਅਖੀਰ ਵਿੱਚ ਗਰਕ ਹੁੰਦਾ ਹੈ ਵਿਕਾਰਾਂ ਵਿੱਚ। ਕੋਹ ਕਬੀਰ ਪ੍ਰਗਟ ਪਈ ਖੇਡ। ਕਬੀਰ ਸਾਹਿਬ ਕਹਿੰਦੇ ਹਨ, ਮੈਂ ਇੱਕ ਬੜੀ ਪ੍ਰਤੱਖ ਖੇਡ ਦੇਖੀ। ਕੀ ਖੇਡ ਦੇਖੀ? ਲੇਲੇ ਕੋ ਚੂੰਗੈ ਨਿਤ ਭੇਡ। ਲੇਲੇ ਕੋ ਚੂੰਗੈ ਨਿਤ ਭੇਡ। ਮਾਂ ਆਪਣੇ ਪੁੱਤਰ ਨੂੰ ਚੂੰਗ ਰਹੀ ਹੈ। ਅਸੀਂ ਤਾਂ ਕਹਿੰਦੇ ਹਾਂ ਕਿ ਬੱਚੇ ਨੇ ਮਾਂ ਦਾ ਦੁੱਧ ਪੀਣਾ ਹੈ, ਪਰ ਉਲਟਾ ਹੋ ਗਿਆ। ਮਾਂ ਪੁੱਤਰ ਦਾ ਦੁੱਧ ਪੀ ਰਹੀ ਹੈ। ਮਾਂ ਕਿਹੜੀ ਹੈ? ਮਤ। ਪੁੱਤਰ ਹੈ ਮਨ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਪਰ ਉਲਟੀ ਖੇਡ ਹੋ ਗਈ। ਮਨ ਉੱਚਾ ਤੇ ਮਤ ਨੀਵੀਂ।
ਇਹ ਹੈ ਲੇਲੇ ਕੋ ਚੂੰਗਹਿ ਨਿਤ ਭੇੜ। ਫਿਰ ਅਗਲੀ ਬਖਸ਼ਿਸ਼ ਕੀਤੀ, ਰਾਮ ਰਮਤ ਮਤ ਪ੍ਰਗਟੀ ਆਈ, ਕੋਹ ਕਬੀਰ ਗੁਰ ਸੋਝੀ ਪਾਈ। हे ਸਤਿਗੁਰੂ, ਤੇਰੀ ਕਿਰਪਾ ਹੋ ਗਈ, ਤੇਰੀ ਬਖਸ਼ਿਸ਼ ਹੋ ਗਈ ਤਾਂ ਮੇਰੀ ਮੱਤ ਬਦਲ ਗਈ, ਗੁਰੂ ਦੀ ਮੱਤ ਆ ਗਈ ਤਾਂ ਇਹ ਸੋਝੀ ਮਿਲੀ। ਕਿਹੜੀ ਸੋਝੀ ਮਿਲੀ? ਐਸੋ ਅਚਰਜ ਦੇਖਿਓ ਕਬੀਰ, ਜਲ ਕੈ ਭੋਲੇ ਬਿਰੋਲੇ ਨੀਰ। ਲੋਭੀ ਜੰਤ ਨਾ ਜਾਣਈ, ਪੱਖ ਆਪੱਖ ਸਭ ਖਾਏ। ਇਹ ਮਨੁੱਖ ਸਮਝਦਾ ਹੀ ਨਹੀਂ, ਇਹ ਮਨ ਸਮਝਦਾ ਹੀ ਨਹੀਂ ਕਿਹੜੀ ਚੀਜ਼ ਖਾਣੀ ਹੈ, ਕਿਹੜੀ ਚੀਜ਼ ਨਹੀਂ ਖਾਣੀ, ਸਭ ਕੁਝ ਖਾ ਰਿਹਾ ਹੈ। ਤੇ ਹਾਲਤ ਇਹ ਹੋ ਗਈ, ਕਾਟੈ ਪੇੜ ਡਾਲ ਪਰ ਠਾਂਡੋ, ਖਾਏ ਖਾਏ ਮੁਸਕਾਰੇ। ਇਹ ਮਨ ਇਤਨਾ ਅਵੈੜਾ ਹੈ, ਸਮਝਦਾ ਹੀ ਨਹੀਂ। ਦਰਖਤ ਦੀ ਟਾਹਣੀ ਤੇ ਬੈਠਾ ਹੋਇਆ ਤੇ ਜੜ੍ਹਾਂ ਕੱਟ ਰਿਹਾ ਹੈ, ਤੇ ਨਾਲੇ ਫਲ ਖਾ ਰਿਹਾ ਹੈ, ਤੇ ਖਾ ਖਾ ਕੇ ਹੱਸ ਰਿਹਾ ਹੈ। ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਸੁਣੋ। ਬੈਠਾ ਪੇੜ ਡਾਲ ਪਰ ਠਾਂਡੋ, ਖਾਏ ਖਾਏ ਮੁਸਕਾਰੇ। ਗਿਰਿਓ ਜਾਏ ਰਸਾ ਤਲ ਪਰਿਓ, ਛਿਟੀ ਛਿਟੀ ਸਿਰ ਭਾਰੈ। ਫਿਰ ਅਖੀਰ ਕੀ ਹੋਏਗਾ? ਦਰਖਤ ਤੋਂ ਥੱਲੇ ਡਿੱਗਿਆ ਤੇ ਸਾਰਾ ਕੁਝ ਬਰਬਾਦ ਕਰ ਲਿਆ। ਇਹ ਹੈ ਇਸ ਵੈੜੇ ਮਨ ਦੀ ਹਾਲਤ। ਕਹਿੰਦੇ ਹਨ, ਦੇ ਕਿਵਾੜ ਅਨਕ ਪੜਦੇ ਮੈਂ, ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ, ਕੌਣ ਪੜਦਾ ਤੇਰਾ ਢਾਕੈ। हे ਮੇਰਿਆ ਮਨਾ, ਤੂੰ ਕਿਉਂ ਇਤਨੇ ਵਿਕਾਰ ਕਰਦਾ ਹੈ, ਕਿਉਂ ਇਤਨੇ ਵਿਸ਼ੇ ਵਿਕਾਰ ਭੋਗਦਾ ਹੈ? ਗੁਰੂ ਨਾਲ ਜੁੜ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ। ਕੀ ਅਰਦਾਸ ਕਰ? ਚਰਨ ਕਮਲ ਉਰ ਥਾਰੇ ਚੀਤ, ਚਿਰ ਜੀਵਨ ਚੇਤਨ ਨਿਤ ਨੀਤ। ਜੇ ਤੂੰ ਆਪਣੇ ਹਿਰਦੇ ਵਿੱਚ, ਕਮਲ ਰੂਪੀ ਸੋਹਣੇ ਹਿਰਦੇ ਵਿੱਚ ਆਪਣਾ ਮਨ ਟਿਕਾਵੇਂ, ਭਾਵ ਗੁਰੂ ਦੇ ਚਰਨਾਂ ਵਿੱਚ ਜੁੜੇ। ਗੁਰੂ ਦੇ ਚਰਨ ਸਭ ਤੋਂ ਸੋਹਣੇ ਚਰਨ ਹਨ, ਸਭ ਤੋਂ ਅਤਿਅੰਤ ਸੁੰਦਰ ਚਰਨ ਹਨ। ਹੁਣ ਸਾਨੂੰ ਚਰਨਾਂ ਦਾ ਵੀ ਨਹੀਂ ਪਤਾ ਕਿ ਚਰਨ ਕਿਹੜੇ ਹਨ ਗੁਰੂ ਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਹੜੇ ਹਨ? ਹੁਣ ਸਵਾਲ ਹੋ ਗਿਆ ਕਿ ਅਸੀਂ ਤਾਂ ਸੰਤਾਂ ਦੇ ਚਰਨ ਪੂਜਦੇ ਹਾਂ, ਵੱਡਿਆਂ ਵਡੇਰਿਆਂ ਦੇ ਚਰਨ ਪੂਜਦੇ ਹਾਂ, ਪਰ ਸਾਨੂੰ ਤਾਂ ਚਰਨਾਂ ਦਾ ਪਤਾ ਹੀ ਨਹੀਂ। ਤਾਂ ਸਤਿਗੁਰੂ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਗੁਰੂ ਦੇ ਚਰਨ, ਗੁਰੂ ਦਾ ਸ਼ਬਦ, ਨਾਨਕ ਬਾਂਧਿਓ ਪਾਲ। ਸਾਡੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਹ ਬਖਸ਼ਿਸ਼ ਕਰਕੇ ਸਮਝਾ ਰਹੇ ਹਨ ਕਿ ਗੁਰੂ ਦੇ ਚਰਨ ਹਨ, ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਵੀ ਜੁੜੇਗਾ ਤੇ ਤੇਰੇ ਸਾਰੇ ਕਾਰਜ ਰਸ ਹੋਣਗੇ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰੂ ਆਪਣਾ, ਕਾਰਜ ਸਫਲ ਹਮਾਰੇ। हे ਭਾਈ, ਉਸ ਨਾਲ ਜੁੜ, ਤੇਰਾ ਜੀਵਨ ਸਫਲਾ ਜੀਵਨ ਹੋ ਜਾਏਗਾ। ਕਦੀ ਇਹ ਨਾ ਦਿਖਦਾ ਰਹੀ ਕਿ ਗਾਵਣ ਹਾਰੀ ਗਾਵੈ ਗੀਤ, ਗੀਤ ਹੀ ਨਾ ਗਾਉਂਦਾ ਰਹੀ, ਗੱਲਾਂ ਹੀ ਨਾ ਕਰਦਾ ਰਹੀ। ਕੀ ਕਰੀ? ਤੇ ਉਦਰੇ ਬਸੇ ਜੈ ਚੀਤ। ਸ਼ਬਦ ਸੁਣਨਾ, ਸ਼ਬਦ ਨੂੰ ਵਿਚਾਰਨਾ ਤੇ ਸ਼ਬਦ ਨੂੰ ਚਿੱਤ ਵਿੱਚ ਵਸਾਉਣਾ। ਪਰ ਸਾਨੂੰ ਸੰਸਾਰਕ ਸੁੱਖਾਂ ਵਿੱਚ ਫਸੇ ਹੋਏ ਹਾਂ ਅਸੀਂ, ਸਾਨੂੰ ਅਜੇ ਇਸ ਗੱਲ ਦੀ ਸਮਝ ਨਹੀਂ। ਜਦੋਂ ਡਾਕਟਰ ਕਹਿ ਦੇਵੇ ਨਾ ਕਿ ਦਿਨ ਥੋੜ੍ਹੇ ਹਨ, ਫਿਰ ਬੰਦੇ ਨੂੰ ਦੌੜ ਭੱਜ ਲੱਗਦੀ ਹੈ, ਫਿਰ ਚਿੱਤ ਟਿਕਦਾ ਹੈ ਬੰਦੇ ਦਾ। ਸਾਹਿਬ ਕਹਿ ਰਹੇ ਹਨ, ਪੇਖੇ ਬਿੰਜਨ ਪਰੋਸਨ ਹਾਰੇ। ਬਾਹਰੋਂ ਬੜੇ ਸੋਹਣੇ ਲੱਗਦੇ ਹਨ ਪਦਾਰਥ ਦੇਖਣ ਵਿੱਚੋਂ, ਪਰ ਦੇਖਣ ਨਾਲ ਭੁੱਖ ਨਹੀਂ ਮਿਟਦੀ। ਸਾਹਿਬ ਕਹਿ ਰਹੇ ਹਨ, ਪੇਖੇ ਬਿੰਜਨ ਪਰੋਸਨ ਹਾਰੇ। ਜਿਹੜਾ ਰਸੋਈ ਪਰੋਸਦਾ ਹੈ ਉਹ ਵੀ ਦੇਖਦਾ ਹੈ, ਪਰ ਜੈ ਭੋਜਨ ਕੀਨੋ ਤੇ ਤ੍ਰਿਪਤਾਰੇ। ਜਿਹੜੇ ਖਾਣਗੇ ਤ੍ਰਿਪਤੀ ਉਹਨਾਂ ਨੂੰ ਮਿਲੇਗੀ, ਬਿਨਾਂ ਖਾਦਿਆਂ ਤ੍ਰਿਪਤੀ ਨਹੀਂ ਬਣਨੀ। ਫਿਰ ਸਾਹਿਬ ਕਹਿੰਦੇ ਹਨ, ਚਿਰ ਜੀਵਨ
ਚੇਤਨ ਨਿਤ ਨੀਤ, ਤੇਰਾ ਲੰਬਾ ਜੀਵਨ ਹੋਏਗਾ। ਤੂੰ ਉਸ ਦੇ ਚਰਨਾਂ ਵਿੱਚ ਜੁੜ ਜਾਏਗਾ। ਜੇ ਤੂੰ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਤੂੰ ਹਮੇਸ਼ਾ ਵਾਸਤੇ ਅਮਰ ਹੋ ਜਾਏਗਾ। ਭਾਵ ਵਿਕਾਰਾਂ ਵਿੱਚੋਂ ਨਹੀਂ ਮਰੇਗਾ। ਜਨਮ ਮਰਨ ਸੰਸਾਰ 'ਤੇ ਜਿਹੜਾ ਜਨਮਿਆ ਉਸਨੇ ਮਰਨਾ ਹੈ, ਪਰ ਸਾਹਿਬ ਕਹਿੰਦੇ ਹਨ ਵਿਕਾਰਾਂ ਵਿੱਚ ਨਹੀਂ ਮਰੇਗਾ। ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਏ। ਜੀਵਨਾ ਸਫਲ ਜੀਵਨ, ਸੁਨ ਹਰ ਹਰ ਜਪ ਸਦ ਜੀਵਨਾ। ਚਲਿਆ ਪਤ ਸਿਉ ਜਨਮ ਸਵਾਰ, ਬਾਜਾ ਬਾਇਸੀ। ਸਾਹਿਬ ਕਹਿੰਦੇ ਹਨ ਉਸ ਦੀ ਇਤਨੀ ਜੈ ਜੈਕਾਰ ਹੋਏਗੀ ਕਿ ਤਿੰਨਾਂ ਲੋਕਾਂ ਵਿੱਚ ਸਾਰਿਆਂ ਨੂੰ ਖਬਰ ਹੋ ਜਾਏਗੀ ਕਿ ਕੋਈ ਬੰਦਾ ਗੁਰੂ ਚਰਨਾਂ ਵਿੱਚ ਪਹੁੰਚ ਗਿਆ ਹੈ, ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਗਿਆ ਹੈ। ਚਲਿਆ ਪਤ ਸਿਉ ਜਨਮ ਸਵਾਰ, ਬਾਜਾ ਵਾਇਸੀ। ਮਾਨਸ ਕਿਆ ਬੇਚਾਰਾ, ਤੇ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਵਿੱਚ ਖਬਰ ਹੋ ਜਾਏਗੀ। ਸੰਸਾਰ ਦੀ ਤਾਂ ਗੱਲ ਹੀ ਛੱਡ ਦਿਓ। ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਉਹ ਆਪ ਤਾਂ ਆਪਣਾ ਜਨਮ ਸਵਾਰ ਜਾਏਗਾ, ਉਹ ਆਪਣੀ ਕੁਲ ਦਾ ਵੀ ਭਲਾ ਕਰ ਜਾਏਗਾ। ਪਰ ਅਗਲੀ ਪੰਕਤੀ, ਚਿੰਤਤ ਹੀ ਦੀਸੈ ਸਭ ਕੋਏ। ਹਰ ਇੱਕ ਬੰਦਾ ਚਿੰਤਾ ਨਾਲ ਲਿਬੜਿਆ ਹੋਇਆ, ਚਿੰਤਾਤੁਰ ਹੈ। ਅਸੀਂ ਸਾਰੇ ਚਿੰਤਾ ਵਿੱਚ ਹਾਂ। ਸਭ ਤੋਂ ਵੱਡੀ ਚਿੰਤਾ ਕਿ ਮੌਤ ਨੇ ਆਉਣਾ ਹੀ ਆਉਣਾ ਹੈ। ਪਰ ਸਾਨੂੰ ਉਦੋਂ ਚਿੰਤਾ ਲੱਗਦੀ ਹੈ ਜਦੋਂ ਸਾਨੂੰ ਆਪਣੇ ਨੇੜੇ ਕੋਈ ਚੀਜ਼ ਦਿਸਦੀ ਹੈ। ਜਿਤਨਿਆਂ ਨੂੰ ਅਸੀਂ ਸੰਸਕਾਰ ਕਰਕੇ ਆਉਂਦੇ ਹਾਂ, ਉਤਨੀ ਦੇਰ ਤੱਕ, ਥੋੜ੍ਹੀ ਦੇਰ ਤੱਕ ਅਹਿਸਾਸ ਹੁੰਦਾ ਹੈ ਕਿ ਇਹ ਚਲਿਆ ਗਿਆ। ਪਰ ਉੱਥੋਂ ਆਉਂਦਿਆਂ ਹੀ ਉੱਥੇ ਗੱਲਾਂ ਸ਼ੁਰੂ ਕਰ ਲੈਂਦੇ ਹਾਂ ਕਿ ਮੈਂ ਇਹ ਕੰਮ ਕਰਨਾ, ਮੈਂ ਇਹ ਕੰਮ ਕਰਨਾ, ਮੈਂ ਇਹ ਕਰਨਾ ਹੈ। ਸਭ ਤੋਂ ਪਹਿਲੀ ਚਿੰਤਾ ਬੰਦੇ ਨੂੰ ਆਪਣੇ ਜੀਵਨ ਦੀ, ਫਿਰ ਪਰਿਵਾਰ ਦੀ, ਰੋਜੀ ਰੋਟੀ ਦੀ, ਅਣਗਿਣਤ ਚਿੰਤਾ। ਸਾਹਿਬ ਕਹਿੰਦੇ ਹਨ ਚਿੰਤਤ ਹੀ ਦੀਸੈ ਸਭ ਕੋਏ। ਤੇ ਕਿਸ ਤਰ੍ਹਾਂ ਚਿੰਤਾ ਮਿਟੇਗੀ? ਚੇਤੈ ਏਕ ਤਹੀਂ ਸੁਖ ਹੋਏ। ਜੇ ਤੂੰ ਇੱਕ ਨਾਲ ਜੁੜੇ ਤਾਂ ਤੇਰੀ ਚਿੰਤਾ ਮਿਟ ਸਕਦੀ ਹੈ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਸੰਸਾਰ 'ਤੇ ਜਿਹੜਾ ਆਇਆ ਉਸਨੇ ਜਾਣਾ ਹੀ ਜਾਣਾ ਹੈ। ਇਸ ਦੀ ਚਿੰਤਾ ਕਰਨ ਦੀ ਲੋੜ ਕਿਉਂ ਕਰਦਾ ਹੈ ਭਾਈ? ਸਾਹਿਬ ਕਹਿੰਦੇ ਹਨ ਇਸ ਦੁੱਖ ਵਿੱਚ ਨਾ ਲੱਗ, ਇਸ ਵਿੱਚ ਨਾ ਖੱਚਤ ਹੋ। ਦੁੱਖ ਵੀ ਜੰਮਣ, ਦੁੱਖ ਮਰਨ, ਦੁੱਖ ਵਰਤਨ ਸੰਸਾਰ। ਦੁੱਖ ਸੁਖ ਅੱਗੇ ਆਖੀਐ, ਪੜ ਪੜ ਕਰੈ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਲਿਓ ਪੋਏ। ਸੰਸਾਰ ਦੇ ਪਦਾਰਥਾਂ ਵਿੱਚੋਂ ਸੁਖ ਨਹੀਂ ਮਿਲਣਾ। ਚਿੰਤਾ ਨਾ ਕਰ, ਚਿੰਤਾ ਤਾਂ ਚਿਖਾ ਦੇ ਬਰਾਬਰ ਹੈ। ਸਾਹਿਬ ਕਹਿੰਦੇ ਹਨ ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀਆ ਹੈ। ਨਾਨਕ, ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਨਾਨਕ ਦੁਖੀਆ ਨਹੀਂ। ਅਸੀਂ ਨਾਨਕ ਦੁਖੀਆ ਪੜ੍ਹਦੇ ਹਾਂ ਸਾਰੇ। ਨਾਨਕ ਕੱਕਾ ਮੁਖਤਾ ਹੈ। ਨਾਨਕ ਦੁਖੀਆ ਸਭ ਸੰਸਾਰ। ਨਾਮ ਤੋਂ ਬਿਨਾਂ ਸਾਰਾ ਸੰਸਾਰ ਦੁਖੀਆ ਹੈ। ਭਾਈ ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਨਾ, ਤਿਸ ਕੀ ਚਿੰਤਾ ਨਾ ਹੈ। ਜਿਸ ਗੱਲ ਦੀ ਤੈਨੂੰ ਚਿੰਤਾ ਕਰਨੀ ਸੀ ਉਹ ਤੂੰ ਕੀਤੀ ਨਹੀਂ। ਸੰਸਾਰ ਨੂੰ ਤੂੰ ਛੱਡ ਕੇ ਜਾਣਾ ਸੀ ਤੇ ਸੰਸਾਰ ਦੇ ਪਦਾਰਥਾਂ ਦੀ ਤੈਨੂੰ ਚਿੰਤਾ ਹੈ। ਜਿੱਥੇ ਜਾਏ ਤੁਧ ਵਰਤਨਾ, ਜਿੱਥੇ ਜਾ ਕੇ ਤੇਰਾ ਟਿਕਾਣਾ ਹੋਣਾ ਹੈ, ਉਸ ਘਰ ਨੂੰ ਤੂੰ ਬਣਾਇਆ ਨਹੀਂ, ਉਸ ਘਰ ਨੂੰ ਤੂੰ ਸੰਭਾਲਿਆ ਨਹੀਂ, ਤੇ ਤੇਰੇ ਜੀਵਨ ਦਾ ਪਾਰ ਉਤਾਰਾ ਕਿਸ ਤਰ੍ਹਾਂ ਹੋਏਗਾ? ਚੇਤੈ ਏਕ ਤਹੀਂ ਸੁਖ ਹੋਏ। ਭਾਈ ਇੱਕ ਨਾਲ ਜੁੜੇਗਾ ਤਾਂ ਤੇਰਾ ਪਾਰ ਉਤਾਰਾ ਹੋਏਗਾ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹਰ ਦੇਵੈ ਜਲ ਥਲ ਜਨਤਾ ਸਭ ਤੇ। ਉਹ ਵਾਹਿਗੁਰੂ ਅਕਾਲ ਪੁਰਖ ਸਾਰੇ ਸੰਸਾਰ ਨੂੰ ਰੋਜੀ ਰੋਟੀ ਦਿੰਦਾ ਹੈ। ਤੂੰ ਉਸ ਨਾਲ ਜੁੜ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ।
ਕਿਤਨੇ ਵੀ ਅਵਗੁਣ ਕੀਤੇ ਹੋਏ ਹਨ, ਅਵਗੁਣਾਂ ਨੂੰ ਇੱਕ ਪਾਸੇ ਛੱਡ, ਆਪਣਾ ਕਿਰਤ ਨੂੰ ਤੇ ਆਪਣੇ ਕਰਮਾਂ ਨੂੰ ਵਿਚਾਰ। ਇੱਕ ਮਿੰਟ ਸਾਧ ਸੰਗਤ ਜੀ, ਇਸ ਗੱਲ ਨੂੰ ਬੜੀ ਧਿਆਨ ਨਾਲ ਸੋਚਣਾ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾਮਨ, ਤੈਂ ਵੀ ਉਤਰੈ ਪਾਰਾ। ਕਰਮ ਤੇ ਕਿਰਤ ਕੰਮਕਾਰ, ਇਹਨਾਂ ਦਾ ਬੜਾ ਨੇੜੇ ਦਾ ਸੰਬੰਧ ਹੈ। ਅਸੀਂ ਕਰਮ ਕਰਕੇ ਤੇ ਪਛਤਾਤਾਪ ਕਰਦੇ ਹਾਂ ਤੇ ਫਿਰ ਉਹੀਓ ਕੰਮ ਕਰਦੇ ਹਾਂ। ਕੋਈ ਅਵਗੁਣ ਹੋ ਗਿਆ ਤੇ ਪਛਤਾਤਾਪ ਕਰ ਲਿਆ, ਮਨ ਵਿੱਚ ਆ ਗਿਆ ਵੀ ਬੜੀ ਮਾੜੀ ਗੱਲ ਹੋ ਗਈ, ਪਰ ਕਿਰਤ ਨਹੀਂ ਬਦਲਦੇ, ਭਾਵ ਕੰਮ ਨਹੀਂ ਬਦਲਦੇ, ਮੁੜ ਕੇ ਉਹੀ ਕੰਮ ਕਰਦੇ ਹਾਂ। ਜਿਤਨੀ ਦੇਰ ਤੱਕ ਸਾਡਾ ਕਰਮ ਨਹੀਂ ਬਦਲਦਾ, ਸਾਡੀ ਕਿਰਤ ਨਹੀਂ ਬਦਲਦੀ, ਤਦ ਤੱਕ ਕਰਮ ਨਹੀਂ ਬਦਲੇਗਾ। ਕਰਮ ਕਿਰਤ ਦੇ ਆਧਾਰ 'ਤੇ ਹੈ। ਕਿਰਤ ਕਰਮ ਕੇ ਵਿਛੜੇ, ਕਿਰਤ ਦੀ ਕਰਮ ਦੁਆਰਾ ਮਨੁੱਖ ਵਾਹਿਗੁਰੂ ਤੋਂ ਵਿਛੜਦਾ ਹੈ। ਪਰ ਅਸੀਂ ਕਰਮ ਕਰਦੇ ਹਾਂ, ਕਿਰਤ ਨੂੰ ਨਹੀਂ ਸਵਾਰਦੇ। ਜਿਹੜੀ ਸਾਡੀ ਕਿਰਤ ਹੈ, ਜਿਹੜਾ ਸਾਡਾ ਕੰਮ ਹੈ, ਉਸ ਨੂੰ, ਬੋਲ ਬਾਣੀ ਨੂੰ, ਕੰਮ ਨੂੰ, ਅਸੀਂ ਉਸ ਨੂੰ ਨਹੀਂ ਸਵਾਰਦੇ। ਉਹ ਸਾਡੇ ਹਿਰਦੇ ਵਿੱਚ ਉਸ ਤਰ੍ਹਾਂ ਟਿਕੀ ਰਹਿੰਦੀ ਹੈ, ਸਾਡਾ ਜੀਵਨ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਹਿਬ ਕਹਿੰਦੇ ਹਨ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਏ। ਤੂੰ ਕਿਰਤ ਨੂੰ ਬਦਲ, ਕਿਰਤ ਦੀ ਥਾਂ 'ਤੇ ਨਾਮ ਨੂੰ ਜਪ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਤ ਤਿਸ ਦੀ ਬਾਣ ਅਪੱਗ। ਤੂੰ ਉਸ ਨਾਲ ਜੁੜ ਜਿਹੜਾ ਸਾਰਿਆਂ ਦੀ ਚਿੰਤਾ ਕਰਦਾ ਹੈ। ਤੂੰ ਆਪਣੀ ਕਿਰਤ ਨੂੰ ਸਵਾਰ, ਤੂੰ ਆਪਣੇ ਕਰਮਾਂ ਨੂੰ ਸਵਾਰ। ਚਿਤ ਵਸੈ ਰਾਚੈ ਹਰਿ ਨਾਏ, ਮੁਕਤ ਭਇਆ ਪਤ ਸਿਉ ਘਰ ਜਾਏ। ਚਿਤ ਵਸੈ, ਜੇ ਤੇਰੇ ਚਿੱਤ ਵਿੱਚ ਵਾਹਿਗੁਰੂ ਵਸ ਗਿਆ, ਤੂੰ ਵਾਹਿਗੁਰੂ ਦੇ ਨਾਮ ਵਿੱਚ ਰਚ ਗਿਆ, ਤੂੰ ਗੁਰੂ ਦੇ ਮਾਰਗ 'ਤੇ ਚੱਲ ਪਿਆ, ਤੇ ਤੇਰਾ ਜੀਵਨ ਸਫਲਾ ਜੀਵਨ ਹੈ। ਚਿਤ ਵਸੈ ਰਾਚੈ ਹਰਿ ਨਾਏ। ਜਿਤਨੀ ਦੇਰ ਤੱਕ ਤੇਰੇ ਚਿੱਤ ਵਿੱਚ ਵਾਹਿਗੁਰੂ ਨਹੀਂ ਵਸਦਾ, ਤਦ ਤੱਕ ਉੱਥੇ ਚਿੰਤਾ ਹੈ। ਚਿੰਤਾ ਕੱਢੇਗਾ ਤਾਂ ਚਿੱਤ ਵਿੱਚ ਵਾਹਿਗੁਰੂ ਵਸੇਗਾ। ਸਾਹਿਬ ਕਹਿੰਦੇ ਹਨ, ਰਾਚੈ ਹਰਿ ਨਾਏ, ਵਾਹਿਗੁਰੂ ਦੇ ਨਾਮ ਵਿੱਚ ਰਚ ਜਾ, ਓਤ ਪੋਤ ਹੋ ਜਾ, ਵਾਹਿਗੁਰੂ ਤੇਰੇ ਵਿੱਚ ਸਮਾ ਜਾਏ, ਤੂੰ ਵਾਹਿਗੁਰੂ ਵਿੱਚ ਸਮਾ ਜਾਏ। ਕਿਸ ਤਰ੍ਹਾਂ ਸਮਾ ਜਾਏ? ਹਰ ਹਾਂ ਚੰਚਲ ਚੋਰੈ, ਮਾਰ ਤਾਂ ਪਾਵੇਂ ਸੱਚ ਧਨਾ। ਚਿੱਤੈ ਚਿੱਤ ਸਮਾਏ, ਤਾਂ ਹੋਵੇ ਰੰਗ ਘਣਾ। ਆਪਣਾ ਚਿੱਤ ਉਸ ਵਾਹਿਗੁਰੂ ਦੇ ਚਿੱਤ ਵਿੱਚ ਸਮਾ ਦੇਵੇਂ ਤੇ ਤੈਨੂੰ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਮਿਲਣਗੇ। ਜੇ ਮੇਰਾ ਚਿੱਤ ਵਾਹਿਗੁਰੂ ਦੇ ਚਿੱਤ ਵਿੱਚ ਮਿਲ ਗਿਆ ਤੇ ਵਾਹਿਗੁਰੂ ਵਾਹਿਗੁਰੂ ਹੋ ਗਿਆ, ਮੈਂ ਤਾਂ ਖਤਮ ਹੋ ਗਿਆ। ਜੇ ਬੰਦੇ ਦਾ ਮਨ ਵਾਹਿਗੁਰੂ ਵੀ ਚਲਿਆ ਗਿਆ ਤੇ ਬੰਦਾ ਖਤਮ ਹੈ। ਵਾਹਿਗੁਰੂ ਵਾਹਿਗੁਰੂ ਸਾਰੇ ਥਾਂ 'ਤੇ ਦੱਸੇਗਾ ਉਸ ਨੂੰ। ਜਿਤਨੀ ਦੇਰ ਤੱਕ ਮਨ ਸਾਡਾ ਵਾਹਿਗੁਰੂ ਵਾਲੇ ਪਾਸੇ ਨਹੀਂ ਜਾਂਦਾ, ਉਤਨੀ ਦੇਰ ਤੱਕ ਮੈਂ ਮੇਰੀ ਖੜੀ ਹੈ। ਜੇ ਮਨ ਵਾਹਿਗੁਰੂ ਵਾਲੇ ਪਾਸੇ ਚਲਿਆ ਗਿਆ ਤਾਂ ਜੀਵਨ ਵਿੱਚ ਸਾਰੀ ਖੇਡ ਸਫਲੀ ਖੇਡ ਹੋ ਜਾਏਗੀ। ਸਾਹਿਬ ਕਹਿੰਦੇ ਹਨ, ਮਨ ਮੇਰੇ ਗੋਹ ਹਰ ਨਾਮ ਕਾ ਓਲਾ। ਮੇਰਿਆ ਮਨਾ, ਉਸ ਵਾਹਿਗੁਰੂ ਦੀ ਟੇਕ ਲੈ। ਤੁਝੇ ਨਾ ਜੋ ਹੈ ਤਾਤਾ ਝੋਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਤੈਨੂੰ ਕੋਈ ਵਿਕਾਰਾਂ ਦੀ ਸੇਕ ਨਹੀਂ ਲੱਗੇਗਾ ਜੇ ਤੂੰ ਉਸ ਦੀ ਚਰਨ ਸ਼ਰਨ ਵਿੱਚ ਚਲਿਆ ਗਿਆ। ਕਿਸ ਤਰ੍ਹਾਂ? ਜਿਉਂ ਬੋਹਿਤ ਪੈ ਸਾਗਰ ਮਾਹੇ, ਅੰਧਕਾਰ ਦੀਪਕ ਦੀਪਾਹੇ, ਅਗਨ ਸੀਤ ਕਾ ਲਾਹਸ ਦੂਖ। ਜਿਸ ਤਰ੍ਹਾਂ ਸਮੁੰਦਰ ਵਿੱਚ ਡੁੱਬਦੇ ਨੂੰ ਜਹਾਜ਼ ਮਿਲ ਜਾਏ, ਜਿਸ ਤਰ੍ਹਾਂ ਅੱਗ ਵਿੱਚ ਠੰਡ ਵਿੱਚ ਠਰਦੇ ਹੋਏ ਨੂੰ ਅੱਗ ਮਿਲ ਜਾਏ, ਜਿਸ ਤਰ੍ਹਾਂ ਕਿਸੇ ਨੂੰ ਰਸਤੇ ਨੂੰ ਭੁੱਲੇ ਹੋਏ ਨੂੰ ਰਸਤਾ ਮਿਲ ਜਾਏ। ਤੂੰ ਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ, ਤੇਰੇ 'ਤੇ ਇਤਨੀ ਕਿਰਪਾ ਹੋ ਜਾਏਗੀ। ਚੀਤ ਆਵੈ ਤਾਂ ਮਹਾ ਆਨੰਦ, ਚੀਤ ਆਵੈ ਤਾਂ ਸਭ ਦੁੱਖ ਪੰਚ, ਚੀਤ ਆਵੈ ਤਾਂ ਸ਼ਰਧਾ ਪੂਰੀ, ਚੀਤ ਆਵੈ ਤਾਂ ਕਬੂ ਨ ਚੂਰੀ।
ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੈ ਦਿਓ ਰੰਗ ਲਾਏ। ਚੀਤ ਆਵੈ ਤਾਂ ਸਰਬ ਕੋ ਰਾਜਾ, ਚੀਤ ਆਵੈ ਤਾਂ ਪੂਰੇ ਕਾਜਾ। ਜੇ ਤੇਰੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਆ ਗਿਆ, ਤੂੰ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਏਗਾ ਤੇ ਮੁਕਤ ਭਇਆ ਪਤ ਸਿਉ ਕਰ ਜਾਏ। ਤੂੰ ਸੰਸਾਰ ਦੇ ਵਿਕਾਰਾਂ ਵੱਲੋਂ ਮੁਕਤ ਹੋ ਜਾਏਗਾ ਤੇ ਗੁਰੂ ਦਰ ਤੇ ਪ੍ਰਵਾਨ ਹੋ ਜਾਏਗਾ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ। ਉਹ ਜੀਵ ਆਪ ਤਾਂ ਮੁਕਤ ਹੈ, ਸੰਸਾਰ ਤੇ ਸਾਰਿਆਂ ਨੂੰ ਗੁਰੂ ਦੇ ਮਾਰਗ ਤੇ ਚਲਾ ਕੇ ਮੁਕਤੀ ਵਾਲੇ ਰਸਤੇ ਤੇ ਲੈ ਕੇ ਜਾਂਦਾ ਹੈ। ਤਿਸ ਜਨ ਕੋ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। हे ਭਾਈ, ਉਸ ਦੇ ਚਰਨਾਂ ਵਿੱਚ ਅਰਦਾਸ ਹੈ, हे ਵਾਹਿਗੁਰੂ ਅਕਾਲ ਪੁਰਖ, ਤੁਹਾਡੀਆਂ ਬਖਸ਼ਿਸ਼ਾਂ, ਤੁਹਾਡੀਆਂ ਕਿਰਪਾ, ਤੁਹਾਡੀ ਮਿਹਰ ਦੀ ਨਜ਼ਰ ਚਾਹੀਦੀ ਸਾਨੂੰ ਵੀ। ਅਸੀਂ ਵੀ ਇਸ ਮਾਰਗ ਤੇ ਚਲੀਏ। ਚਿਤ ਵਸੈ ਰਾਚੈ ਹਰਨਾਏ, ਮੁਕਤ ਭਇਆ ਪਤ ਸਿਉ ਕਰ ਜਾਏ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਵਸੈ ਨਾ ਲਾਗੈ ਪੀਰ। ਆਪੇ ਸਾਹਿਬ ਆਪ ਵਜ਼ੀਰ। ਜਿਹੜਾ ਗੁਰੂ ਦੇ ਮਾਰਗ ਤੇ ਚੱਲਦਾ ਹੈ ਉਹ ਸਾਹਿਬ ਵੀ ਹੋ ਜਾਂਦਾ ਹੈ ਤੇ ਵਜ਼ੀਰ ਵੀ ਆਪੇ ਹੋ ਜਾਂਦਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਸਤਿਗੁਰੂ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ੋ, ਆਪਣੇ ਚਰਨਾਂ ਨਾਲ ਜੋੜੋ। ਚੰਚਲ ਚੀਤ ਨਾ ਰਹੀ ਠਾਏ, ਚੋਰੀ ਮਿਰਗ ਅੰਗੂਰੀ ਖਾਏ। ਚਰਨ ਕਮਲ ਉਰਧਾਰੇ ਚੀਤ, ਚਿਰ ਜੀਵਨ ਚੇਤਨ ਨਿਤ ਨੀਤ। ਚਿੰਤਤ ਹੀ ਦਿਸੈ ਸਭ ਕੋਏ, ਚੇਤੈ ਏਕ ਤਹੀਂ ਸੁਖ ਹੋਏ। ਚਿਤ ਵਸੈ ਰਾਚੈ ਹਰਨਾਏ, ਮੁਕਤ ਭਇਆ ਪਤ ਸਿਉ ਕਰ ਜਾਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਨਾ ਚਿਤਾਰਨੀਆਂ। ਸਾਧ ਸੰਗਤ ਜੀ, ਸਾਰੇ ਰਸਨਾ ਪਵਿੱਤਰ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ, ਸੇਤੀ ਮਨ ਵਜੀਆਂ ਵਧਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਘਰ ਸੁਭਾਗੈ ਸ਼ਬਦ ਵਾਜੇ, ਕਲਾ ਚਿਤ ਕਰਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਸਰਸੇ,
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਧਿਆਇਆ ਗੇ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ